ਪੁਰਜਾ ਪੁਰਜਾ ਕਟ ਮਰੈ, ਕਬੋ ਨ ਛਾੜੈ ਖੇਤ। ਜੋ ਤੋ ਪ੍ਰੇਮ ਖਿਲਣ ਕਾ ਚਾਵੋ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ। ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਵਡਿਆਂ ਭਾਗਾਂ ਵਾਲੇ ਹੋ। ਗੁਰਦੇਵ ਦੀ ਅਪਾਰ ਕਿਰਪਾ ਰਹਿਮਤ ਨਾਲ ਗੁਰੂ ਦਰਬਾਰ ਅੰਦਰ ਜੁੜ ਬੈਠਣ ਦਾ ਇਹ ਪਾਵਨ ਸਮਾਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਮੇਰੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਹੋਈ। ਅਰਬੀ ਬਾਣੀ ਦੇ ਕੀਰਤਨ ਤੋਂ ਉਪਰੰਤ ਗੁਰ ਇਤਿਹਾਸ ਦੀ ਵਿਚਾਰ ਆਰੰਭੀ ਹੋਈ ਹੈ। ਸਾਧ ਸੰਗਤ ਮਨੋ ਬਿਰਤੀਆਂ ਨੂੰ ਇਕਾਗਰ ਕਰੋ। ਬੜੇ ਅਦਬ ਪਿਆਰ ਦੇ ਨਾਲ ਫਤਿਹ ਨਾਲ ਸਾਂਝ ਪਾਉਂਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਦੇਵ ਕੱਚੀ ਗੜੀ ਦੇ ਵਿੱਚ ਬਿਰਾਜਮਾਨ ਨੇ ਔਰ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ। ਪੰਜਾਂ ਪਿਆਰਿਆਂ ਦੇ ਵਿੱਚੋਂ 3 ਪਿਆਰਿਆਂ ਦੀ ਸ਼ਹਾਦਤ, ਹੋਰ ਗੁਰੂ ਕੇ ਸਿੱਖਾਂ ਦੀ ਮਰਜੇਵੜਿਆਂ ਦੀ ਸ਼ਹਾਦਤ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਸਾਰਾ ਕੋਤਕ ਆਪ ਵੇਖਦੇ ਨੇ ਔਰ ਗੁਰੂ ਪਾਤਸ਼ਾਹ ਦੇ ਇਹ ਪਾਵਨ ਬਚਨ ਕੇ 1.25 लाख से एक लड़ाऊं, तबे गोबिंद सिंह नाम कहाऊं। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਔਰ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ। ਇਸ ਦੀ ਸੰਸਾਰ ਦੇ ਅੰਦਰ ਇਹ ਮਿਸਾਲ ਹੈ ਕਿ ਜੇ ਗੁਰੂ ਪਾਤਸ਼ਾਹ ਚਾਹਦੇ ਤੇ ਆਪਣੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੇ ਵਿੱਚੋਂ ਬਚਾ ਕੇ ਲੈ ਜਾਂਦੇ, ਪਰ ਅੱਜ ਇਤਿਹਾਸ ਦੀ ਉਹ ਤਾਰੀਖ ਇਹ ਗੱਲ ਕਹਿੰਦੀ ਕਿ ਗੁਰੂ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦਿਆਂ ਨੂੰ, ਪੁੱਤਰਾਂ ਨੂੰ ਤੇ ਬਚਾ ਲਿਆ, ਪਰ ਸਿੱਖਾਂ ਦੀ ਸ਼ਹਾਦਤ ਕਰ ਦਿੱਤੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਵੇਂ ਆਪਣੇ ਸਾਹਿਬਜ਼ਾਦਿਆਂ ਨੂੰ ਪਿਆਰ ਕੀਤਾ, ਇਸੇ ਤਰ੍ਹਾਂ ਗੁਰਸਿੱਖਾਂ ਨੂੰ ਪਿਆਰ ਕੀਤਾ ਤੇ ਇਹ ਬਚਨ ਕਹੇ ਸਨ ਮਹਾਰਾਜ ਨੇ ਕਿ ਇਨ ਗਰੀਬ ਸਿੱਖਨ ਕੋ ਦੇਹੋਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਥਾਏ ਜਦੋਂ ਇਹ ਹਿੰਦੁਸਤਾਨ ਵਰਨ ਵੰਡ ਦੇ ਵਿੱਚ ਵਸਿਆ ਹੋਇਆ ਸੀ, ਖੱਤਰੀ, ਬ੍ਰਾਹਮਣ, ਸ਼ੂਦਰ ਔਰ ਵੈਸ਼ ਦੇ ਵਿੱਚ, ਕਿ ਖੱਤਰੀਆਂ ਦਾ ਕਰਮ ਰਣ ਤੱਤੇ ਅੰਦਰ ਜੂਝਣਾ ਹੈ, ਬ੍ਰਾਹਮਣ ਦਾ ਕਰਮ ਧਾਰਮਿਕ ਗ੍ਰੰਥ ਪਾਠ ਪੜ੍ਹਨ ਦਾ ਹੈ, ਵੈਸ਼ ਦਾ ਵਪਾਰ ਕਰਨ ਦਾ ਹੈ ਔਰ ਸ਼ੂਦਰ ਜਿਹੜਾ ਹੈ ਇਹ ਤਿੰਨਾਂ ਦੀ ਸੇਵਾ ਦੇ ਵਿੱਚ ਹੈ। ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਰਿਆਂ ਨੂੰ ਇੱਕੋ ਪਲੇਟਫਾਰਮ ਦੇ ਉੱਪਰ ਖੜਾ ਕੀਤਾ ਤੇ ਜਦੋਂ ਵਿਸਾਖੀ ਵਾਲੇ ਦਿਨ ਗੁਰੂ ਪਾਤਸ਼ਾਹ ਨੇ ਖਾਲਸਾ ਸਜਾਇਆ ਸੀ ਤੇ ਉਹ ਸਾਰੇ ਹੀ ਇੱਕੋ ਥਾਂ ਅੰਦਰ ਮੌਜੂਦ ਸਨ। ਜਦੋਂ ਸ਼ੂਦਰਾਂ ਨੂੰ, ਨੀਵੀਂ ਜਾਤੀਆਂ ਨੂੰ ਜਾਂ ਵੈਸ਼ਾਂ ਨੂੰ ਮਹਾਰਾਜ ਨੇ ਖਾਲਸਾ ਧਰਮ ਦੇ ਵਿੱਚ ਲਿਆਉਣ ਲਈ ਇਹ ਮਜਬੂਰ ਬੱਦਾ ਪਾਤਸ਼ਾਹ ਨੇ ਤੇ ਇਹ ਕਹਿਣ ਲੱਗੇ ਪਾਤਸ਼ਾਹ ਕਾਮ ਹਮਾਰਾ ਤੋਲਣ ਤਕੜੀ, नंगी कर्द कपू नहीं पकड़ी, चिड़ी उड़े तो हम डर जाएं, दुश्मन से कैसे लड़ पाएं। अज धन गुरु कलगीधर पातशाह महाराज के सामने गुरु पातशाह के इन्हां गुरु प्यारे सिखां ने शहादतां दित्तियां।
ਜੋ ਕਿਸੇ ਵੇਲੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਨਮੁਖ ਜੋ ਪੰਡਿਤ ਲਾਲ ਚੰਦ ਸੀ, ਜਿਸ ਨੇ ਕਿਹਾ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਨਾਮ ਤੇ ਕ੍ਰਿਸ਼ਨ ਜੀ ਤੋਂ ਵੱਡਾ ਰਖਵਾ ਲਿਆ ਹੈ ਕਿ ਉਹ ਗੀਤਾ ਦੇ ਉਚਾਰਨ ਕਰ ਦੇਣਗੇ, ਗੀਤਾ ਜੋ ਧਾਰਮਿਕ ਗ੍ਰੰਥ ਹੈ ਉਹਦੇ ਸ਼ਲੋਕ ਉਚਾਰਨ ਕਰ ਦੇਣਗੇ, ਉਹਨਾਂ ਦੇ ਅਰਥ ਕਰ ਦੇਣਗੇ। ਮੈਂ ਗੱਲ ਨੇੜੇ ਰੱਖਾਂ, ਉਹ ਲਾਲ ਚੰਦ ਬ੍ਰਾਹਮਣ ਵੀ, ਉਸਨੇ ਵੀ ਆ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਔਰ ਚਮਕੌਰ ਦੇ ਅੰਦਰ ਉਹ ਸ਼ਹੀਦ ਹੋਇਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਚਰਨ ਸ਼ਰਨ ਦੇ ਵਿੱਚ ਆਉਣ ਵਾਲੇ ਉਹ ਗੁਰੂ ਕੇ ਪਿਆਰੇ ਸਿੱਖ ਨੇ, ਸਤਿਗੁਰ ਮਹਾਰਾਜ ਹੁਣ ਆਪ ਤਿਆਰ ਬਰ ਤਿਆਰ ਹੋਏ। ਗੁਰੂ ਪਾਤਸ਼ਾਹ ਨੇ ਆਪਣੇ ਭੱਥੇ ਦੇ ਅੰਦਰ ਤੀਰ ਸਜਾਏ, ਗੁਰੂ ਪਾਤਸ਼ਾਹ ਨੇ ਨੇਜਾ ਸਜਾਇਆ ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਜੋ ਕੱਲ ਦੇ ਦੀਵਾਨਾਂ ਦੇ ਵਿੱਚ ਅਰਜ਼ ਕੀਤੀ ਹੈ ਕਿ ਗੁਰੂ ਪਾਤਸ਼ਾਹ ਆਪ ਜੀ ਦਾ ਸਜਾਇਆ ਹੋਇਆ ਪੰਥ ਹੁਣ ਆਪ ਨੂੰ ਇਹ ਬੇਨਤੀ ਕਰਦਾ ਹੈ ਕਿ ਤੁਸੀਂ ਰਣ ਦੇ ਅੰਦਰ ਜੂਝਣ ਲਈ ਨਹੀਂ ਜਾਓਗੇ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਪੰਥ ਦੇ ਅੱਗੇ ਹੁਕਮ ਮੰਨ ਕੇ ਮਹਾਰਾਜ ਫਿਰ ਜੰਗ ਦੇ ਅੰਦਰ ਨਹੀਂ ਗਏ। ਪਰ ਇਸ ਚਮਕੌਰ ਦੀ ਜੰਗ ਦੇ ਅੰਦਰ ਬੇਅੰਤ ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ, ਗੁਰੂ ਕੇ ਮਰਜੇਵੜਿਆਂ ਨੇ, ਸਾਹਿਬਜ਼ਾਦਿਆਂ ਨੇ, ਪੰਜਾਂ ਪਿਆਰਿਆਂ ਦੇ ਵਿੱਚੋਂ ਗੁਰਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਤੇ ਹੁਣ ਸ਼ਾਮ ਵੇਲੇ ਦਾ ਵੇਲਾ ਹੋ ਗਿਆ ਹੈ। ਮਹਾਰਾਜ ਹੁਣ ਉੱਥੋਂ ਤੁਰਨ ਦੀ ਜੋ ਪਾਤਸ਼ਾਹ ਨੇ ਇੰਜ ਕਹਿ ਲਵਾਂ ਕਿ ਚਮਕੌਰ ਨੂੰ ਛੋੜਨ ਦੀ ਜੋ ਤਰਤੀਬ ਬਣਾਈ, ਤੇ ਗੁਰੂ ਪਾਤਸ਼ਾਹ ਤੁਰਨ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਦੇ ਕੇ ਤੁਰਦੇ ਨੇ। ਇਤਿਹਾਸਕਾਰ ਲਿਖਦੇ ਨੇ ਕਿ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਇੱਕ ਦਿਨ ਬਾਅਦ ਦਾ ਉਹਨਾਂ ਦਾ ਜਨਮ ਦਿਨ ਹੈ, ਭਾਈ ਸੰਗਤ ਸਿੰਘ ਦਾ। ਔਰ ਹੂ ਬਹੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਉਹਨਾਂ ਦੀ ਸ਼ਕਲ ਮਿਲਦੀ ਹੈ। ਮਹਾਰਾਜ ਨੇ ਆਪਣੀ ਕਲਗੀ ਜਿਹੜੀ ਹੈ ਭਾਈ ਸੰਗਤ ਸਿੰਘ ਨੂੰ ਦਿੱਤੀ। ਤੇ ਰਾਤ ਵੇਲੇ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੁਰਦੇ ਨੇ ਤੇ ਮਹਾਰਾਜ ਨੇ ਉੱਥੇ ਤਾੜੀ ਮਾਰ ਕੇ, ਉੱਥੇ ਗੁਰਦੁਆਰਾ ਤਾੜੀ ਸਾਹਿਬ ਹੈ, ਤਾੜੀ ਮਾਰ ਕੇ ਇਹ ਬਚਨ ਕਹੇ ਸਨ ਕਿ ਹਿੰਦ ਦਾ ਪੀਰ ਚਲਿਆ ਹੈ, ਕੋਈ ਰੋਕ ਸਕੇ ਤਾਂ ਰੋਕ ਲੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹੁਣ ਜਦੋਂ ਚਮਕੌਰ ਦੇ ਵਿੱਚੋਂ ਨਿਕਲਦੇ ਨੇ, ਇਤਿਹਾਸਕਾਰ ਇਸ ਗੱਲ ਨੂੰ ਲਿਖਦੇ ਨੇ ਕਿ ਨਾਲ ਪਾਤਸ਼ਾਹ ਦੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਔਰ ਭਾਈ ਧਰਮ ਸਿੰਘ ਜੀ ਨਾਲ ਨੇ। ਤੇ ਬੇਅੰਤ ਉਹਨਾਂ ਗੁਰਸਿੱਖਾਂ ਦੇ ਵਿੱਚੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਸਰੀਰ ਵੀ ਰਸਤੇ ਵਿੱਚ ਹੈ, ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਵੀ ਹੈ ਔਰ ਗੁਰੂ ਕੇ ਸਿੱਖਾਂ ਦਾ ਹੈ। ਭਾਈ ਦਇਆ ਸਿੰਘ ਜੀ ਨੇ ਆਪਣੇ ਕਮਰ ਕੱਸੇ ਦੇ ਨਾਲ ਬੱਧਾ ਹੋਇਆ ਕਪੜਾ ਖੋਲਿਆ। ਜਦੋਂ ਬਾਬਾ ਅਜੀਤ ਸਿੰਘ ਦੇ ਉੱਪਰ ਦੇਰ ਲੱਗੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਾਹ ਪਕੜ ਲਈ, ਆਖਣ ਲੱਗੇ ਦਇਆ ਸਿੰਘ ਜੀ ਕੀ ਕਰ ਰਹੇ ਹੋ? ਉਹ ਕਹਿਣ ਲੱਗੇ ਪਾਤਸ਼ਾਹ ਕਿਤਨਾ ਭਿਆਨਕ ਸਮਾਂ ਹੈ ਕਿ ਅੱਜ ਸਾਹਿਬਜ਼ਾਦਿਆਂ ਦਾ ਸਰੀਰ ਇਸ ਜ਼ਮੀਨ ਦੇ ਉੱਪਰ ਪਿਆ ਹੋਇਆ, ਇਹਨੂੰ ਸਾਂਭਣ ਦਾ ਸੰਸਕਾਰ ਦਾ ਵੀ ਵੇਲਾ ਨਹੀਂ ਹੈ। ਮੈਂ ਘੱਟ ਤੋਂ ਘੱਟ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਪਰ ਘੱਟ ਤੋਂ ਘੱਟ ਇੱਕ ਕਫਨ ਦੇ ਦਿਆਂ, ਇੱਕ ਕਪੜਾ ਤੇ ਦੇ ਦਿਆਂ। ਇਹ ਗੱਲ ਯਾਦ ਰੱਖਣਾ, ਇਹਨਾਂ 5-7 ਦਿਨਾਂ ਦੇ ਅੰਦਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੇ 5 ਜੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ। ਪਰਿਵਾਰ ਦੇ 2 ਸਾਹਿਬਜ਼ਾਦੇ ਚਮਕੌਰ ਦੇ ਅੰਦਰ, 2 ਸਾਹਿਬਜ਼ਾਦੇ ਸਰਹੰਦ ਦੇ ਅੰਦਰ, ਉਹ ਮਾਤਾ ਗੁਜਰ ਕੌਰ ਜੀ। ਔਰ ਇਹਨਾਂ 5 ਪਰਿਵਾਰ ਦੇ ਜੀਆਂ ਨੂੰ ਨਾ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਸ਼ਨਾਨ ਕਰਾਉਣ ਦਾ ਵੇਲਾ ਮਿਲਿਆ ਔਰ ਨਾ ਹੀ ਇਹਨਾਂ ਦੇ ਸੰਸਕਾਰ ਦਾ ਵੇਲਾ ਪਾਤਸ਼ਾਹ ਨੂੰ ਮਿਲਿਆ। ਮਹਾਰਾਜ ਨੇ ਸਰਬੰਸ ਹੀ ਜਿਹੜਾ ਹੈ ਉਸ ਸਿੱਖ ਕੌਮ ਲਈ, ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਲਈ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਹੈ। ਤੇ ਅੱਜ ਤੱਕ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਹ ਕਿਹਾ ਜਾਂਦਾ ਸੀ ਕਿ ਕਲਗੀਧਰ ਪਾਤਸ਼ਾਹ ਇੱਕ ਸ਼ਹੀਦ ਦੇ ਪੁੱਤਰ ਨੇ। ਪਰ ਚਮਕੌਰ ਦੀ ਜੰਗ ਤੋਂ ਬਾਅਦ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅੱਜ ਸ਼ਹੀਦ ਪੁੱਤਰਾਂ ਦੇ ਪਿਤਾ ਵੀ ਨੇ। ਪਹਿਲੇ ਸ਼ਹੀਦਾਂ ਦੇ ਪੁੱਤਰ ਸਨ ਭਾਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ, ਪਰ ਅੱਜ ਤੋਂ ਬਾਅਦ ਸ਼ਹੀਦ ਪੁੱਤਰਾਂ ਦੇ ਪਿਤਾ ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ।
महाराज ने दया सिंह ਨੂੰ ਆਖਿਆ ਕਿ ਦਇਆ ਸਿੰਘ ਮੈਨੂੰ ਪੁੱਤਰਾ ਔਰ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਜੇ ਸਾਰੇ ਗੁਰੂ ਕੇ ਸਿੱਖਾਂ ਲਈ ਤੇਰੇ ਕੋਲ ਕਮਰ ਕੱਸੇ ਦੇ ਕਫਨ ਹੈ ਤੇ ਪਾਈ, ਨਹੀਂ ਤੇ ਇਹ ਨਵਾਂ ਕੰਮ ਨਾ ਕਰੀ। ਤੇ ਦੇਖੋ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਔਰ ਤਕਰੀਬਨ 37 ਗੁਰੂ ਕੇ ਸਿੱਖਾਂ ਦੇ ਇੱਥੇ ਸ਼ਰੀਰ ਪਏ ਹੋਏ ਨੇ। ਮਹਾਰਾਜ ਦੇ ਕੋਲ ਅੱਜ ਨਾ ਜੋੜਾ ਹੈ ਨਾ ਹੀ ਘੋੜਾ ਹੈ। ਗੁਰਦੇਵ ਨੇ ਆਪਣੇ ਪੈਰਾਂ ਦੇ ਵਿੱਚੋਂ ਜੋੜਾ ਵੀ ਤਾਂ ਉਤਾਰ ਦਿੱਤਾ ਕਿ ਗੁਰੂ ਕੇ ਸਿੱਖਾਂ ਦੇ ਕੇਸ ਜਿਹੜੇ ਨੇ ਉਹ ਮਹਾਰਾਜ ਦੇ ਪੈਰਾਂ ਦੇ ਵਿੱਚ ਆਣਗੇ ਤੇ ਕੇਸਾਂ ਦੀ ਬੇਦਬੀ ਨਾ ਹੋਏ, ਇਸ ਲਈ ਮਹਾਰਾਜ ਨੇ ਆਪਣੇ ਪੈਰਾਂ ਦੇ ਵਿੱਚੋਂ ਜੋੜਾ ਵੀ ਉਤਾਰ ਕੇ ਨੰਗੇ ਪੈਰੀ ਗੁਰੂ ਪਾਤਸ਼ਾਹ ਉਸ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਇੱਥੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਨੇ ਤੇ ਮਾਛੀਵਾੜੇ ਦੇ ਜੰਗਲਾਂ ਦੇ ਅੰਦਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਟਿੰਡ ਦਾ ਸਰਾਣਾ ਲੈ ਕੇ ਜੋ ਗੁਰੂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਹੈ ਕਿ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਤਿਗੁਰੂ ਮਹਾਰਾਜ ਉਸ ਵੇਲੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ ਤੇ ਮਾਲਕ ਦੇ ਚਰਨਾਂ ਤੇ ਅਰਦਾਸ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਦੁੱਧ ਬਿਨ ਰੋਗ ਰਜਾਈਆਂ ਦਾ ਓਢਣ ਦਾਤਾ, ਤੇਰੇ ਨਾਮ ਤੋਂ ਬਿਨਾ ਤੇਰੀ ਯਾਦ ਤੋਂ ਬਿਨਾ ਰਜਾਈਆਂ ਦਾ ਓਢਣ ਮਾਨੋ ਰੋਗ ਹੈ ਤੇ ਨਾਗ ਨਿਵਾਸਾਂ ਦੇ ਰਹਿਣਾ, ਮਾਨੋ ਨਾਗਾਂ ਦੇ ਨਿਵਾਸ, ਨਾਗਾਂ ਦੇ ਨਾਲ ਰਹਿਣਾ ਹੈ ਜੇ ਤੇਰੀ ਯਾਦ ਮਨੁੱਖ ਨੂੰ ਭੁੱਲ ਜਾਂਦੀ ਹੈ। ਤਾਂ ਹੀ ਗੁਰੂ ਪਾਤਸ਼ਾਹ ਆਖਦੇ ਨੇ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤੀ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਮਹਾਰਾਜ ਆਖਦੇ ਨੇ ਕਿ ਤੁਧ ਬਿਨ ਰੋਗ, ਤੇਰੀ ਯਾਦ ਤੋਂ ਬਿਨਾ ਪਾਤਸ਼ਾਹ ਉਹ ਰੋਗ ਨੇ, ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ, ਤੇਰੀ ਯਾਦ ਤੋਂ ਬਿਨਾ ਉਹ ਸੁਰਾਹੀ ਜਿਹੜੀ ਹੈ ਉਹ ਸੂਲ ਦੇ ਬਾਬਤ ਹੈ। ਸੂਲ ਸੁਰਾਹੀ ਖੰਜਰ ਪਿਆਲਾ ਤੇ ਪਿਆਲਾ ਖੰਜਰ ਦੇ ਤੁਲ ਹੈ। ਬਿੰਗ ਕਸਾਈਆਂ ਦਾ ਸਹਿਣਾ, ਮਾਨੋ ਕਸਾਈਆਂ ਤੇ ਬਿੰਗ ਸਹਾਰਨਾ ਹੈ। ਯਾਰੜੇ ਦਾਸ ਨੂੰ ਸੱਥਰ ਚੰਗਾ, ਕਹਿੰਦੇ ਕਿ ਪ੍ਰਭੂ ਦੀ ਯਾਦ ਦੇ ਵਿੱਚ, ਰੱਬ ਦੀ ਯਾਦ ਦੇ ਅਸੀਂ ਭਾਵੇਂ ਭੁੱਜੇ ਜ਼ਮੀਨ ਤੇ ਸੁੱਤੇ ਹੋਏ ਆ, ਇਹ ਸਾਨੂੰ ਭਲਾ ਹੈ। ਯਾਰੜੇ ਦਾਸ ਨੂੰ ਸੱਥਰ ਚੰਗਾ, ਭਟਕੜਿਆ ਦਾ ਰਹਿਣਾ। ਸੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸਰਾਣਾ ਲੈ ਕੇ ਸੁੱਤੇ ਨੇ ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਔਰ ਭਾਈ ਮਾਨ ਸਿੰਘ ਜੀ, ਜਿਨ੍ਹਾਂ ਨੂੰ ਤਾਰਿਆਂ ਦੀ ਲੋਅ ਦੇ ਵਿੱਚ ਆਉਣ ਦਾ ਹੁਕਮ ਸੀ, ਉਹ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਤਾਰਿਆਂ ਦੀ ਲੋਅ ਦੇ ਢੂੰਡਦੇ ਹੋਏ ਆਉਂਦੇ ਨੇ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੰਗਲ ਦੇ ਵਿੱਚ ਟਿੰਡ ਦਾ ਸਰਾਣਾ ਲੈ ਕੇ ਸੁੱਤੇ ਹੋਏ ਨੇ ਤੇ ਜਿਵੇਂ ਹੀ ਕੜਾਕਾ ਹੋਇਆ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਸ਼ਮਸ਼ੀਰ ਵੱਲ ਹੱਥ ਪਾਇਆ। ਭਾਈ ਮਾਨ ਸਿੰਘ ਨੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਅੱਖਾਂ ਦੇ ਚੋਂ ਹੰਝੂ ਆ ਗਏ ਕਿ ਦੀਨ ਦੁਨੀਆ ਦਾ ਮਾਲਕ ਧੰਨ ਗੁਰੂ ਕਲਗੀਧਰ ਪਾਤਸ਼ਾਹ ਅੱਜ ਮਹਾਰਾਜ ਜ਼ਮੀਨ ਦੇ ਉੱਪਰ ਸੁੱਤੇ ਹੋਏ ਨੇ। ਪੈਰਾਂ ਦੇ ਵਿੱਚ ਕੰਡੇ ਲੱਗੇ, ਝਾੜੀਆਂ ਲੱਗੀਆਂ ਤੇ ਪੈਰਾਂ ਦੇ ਵਿੱਚੋਂ ਵੀ ਲਹੂ ਨਿਕਲ ਰਿਹਾ ਹੈ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅੱਜ ਵੀ ਉਸ ਮਾਲਕ ਦੀ ਯਾਦ ਦੇ ਵਿੱਚ ਨੇ। ਮੈਂ ਕਈ ਵਾਰੀ ਅਰਜ਼ ਕਰਦਾ ਹਾਂ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੋ ਆਪਣੀ ਪਾਵਨ ਬਾਣੀ ਅੰਦਰ ਇਹ ਰਹਿਮਤ ਕਰਦੇ ਨੇ ਕਿ ਸੰਸਾਰ 'ਚ ਆਣ ਦਾ ਚਿਤ ਨਹੀਂ ਸੀ, ਪਰ ਚਿਤ ਨਾ ਭਇਓ ਹਮਰੋ ਆਵਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਤਿਨ ਪ੍ਰਭ ਜਬ ਆਏ ਸਮੋਹਿ ਦੀਆ ਤਬ ਹਮ ਜਨਮ ਕੱਲੂ ਮੈਂ ਲਿਆ। ਮਾਲਕ ਦੇ ਚਰਨਾਂ ਦੇ ਨਾਲ ਚਿਤ ਜੁੜਿਆ ਹੋਇਆ ਸੀ। ਪਟਨੇ ਦੀ ਧਰਤੀ ਪਰ ਆਏ ਤਾਂ ਵੀ ਚਿਤ ਜੁੜਿਆ ਰਿਹਾ, ਅਨੰਦਪੁਰ ਸਾਹਿਬ ਦੀ ਧਰਤੀ ਪਰ ਆਏ ਤਾਂ ਵੀ ਚਿਤ ਜਿਹੜਾ ਹੈ ਉਹ ਖਿੰਡਿਆ ਨਹੀਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ, ਚਿਤ ਤਾਂ ਵੀ ਨਹੀਂ ਟੁੱਟਿਆ। ਅੱਜ ਚਮਕੌਰ ਦੀ ਗੜੀ ਦੇ ਅੰਦਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਚਿੱਤੇ ਅਜੇ ਵੀ ਮਾਲਕ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਵੀ ਇਹੀ ਬਚਨ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਯਾਰੜੇ ਦਾਸ ਨੂੰ ਸੱਥਰ ਚੰਗਾ, ਭਟਕੜਿਆਂ ਦਾ ਰਹਿਣਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਨੇ। ਤੇ ਆਪਾਂ ਦੂਸਰੇ ਪਾਸੇ ਜ਼ਿਕਰ ਕਰੀਏ ਕਿ ਚਮਕੌਰ ਦੀ ਗੜੀ ਅੰਦਰ ਜਿੱਥੇ
ਭਾਈ ਸੰਗਤ ਸਿੰਘ ਜੀ ਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਲਗੀ ਦੇ ਕੇ ਆਏ ਨੇ। ਹੁਣ ਜਦੋਂ ਮੁਗਲਿਆਂ ਨੇ ਫੌਜ ਨੇ ਜਦੋਂ ਹਮਲਾ ਕੀਤਾ, ਜਿਹੜੇ ਗੜੀ ਦੇ ਅੰਦਰ ਗੁਰਸਿੱਖ ਨੇ ਉਹਨਾਂ ਦੀ ਸ਼ਹਾਦਤ ਹੋਈ ਤੇ ਭਾਈ ਸੰਗਤ ਸਿੰਘ ਜੀ ਨੂੰ ਉਹਨਾਂ ਨੂੰ ਪਕੜ ਕੇ ਉਹਨਾਂ ਦਾ ਸਿਰ ਜਿਹੜਾ ਹੈ ਧੜ ਨਾਲੋਂ ਵੱਖਰਾ ਕਰ ਦਿੱਤਾ ਗਿਆ। ਗੜੀ ਦੇ ਉੱਪਰ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ। ਭਾਈ ਸੰਗਤ ਸਿੰਘ ਦਾ ਸਿਰ ਲੈ ਕੇ ਜਦੋਂ ਵਜ਼ੀਰ ਖਾਨ ਤੱਕ ਪਹੁੰਚਦੇ ਨੇ, ਸੋਚਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਕਤਲ ਕਰ ਦਿੱਤਾ ਹੈ ਸੀ, ਉਹਨਾਂ ਦਾ ਸਿਰ ਧੜ ਨਾਲੋਂ ਵੱਖਰਾ ਕਰਤਾ। ਪਰ ਜਦੋਂ ਵਜ਼ੀਰ ਖਾਨ ਦੇਖਦਾ ਹੈ, ਉਸ ਸਿਰ ਦੇ ਉੱਪਰ ਹੱਥ ਮਾਰ ਕੇ ਆਖਦਾ ਹੈ ਕਿ 7-8 ਮਹੀਨੇ ਦੇ ਘੇਰੇ ਇਤਨੇ ਜਰਨੈਲ ਸ਼ਹੀਦ ਹੋ ਗਏ, ਲੱਖਾਂ ਦੀ ਫੌਜ ਜਿਹੜੀ ਹੈ ਉਹ ਸ਼ਹੀਦ ਹੋ ਗਈ, ਔਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਅੱਜ ਵੀ ਗ੍ਰਿਫਤਾਰ ਨਹੀਂ ਕਰ ਸਕੇ। ਉਹ ਤਾੜੀਆਂ ਮਾਰਦਾ ਹੋਇਆ ਗੁਰੂ ਕਲਗੀਧਰ ਚਮਕੌਰ ਦੇ ਵਿੱਚੋਂ ਨਿਕਲ ਗਿਆ। ਬੜਾ ਪਿੱਟਿਆ ਉਸ ਵੇਲੇ ਵਜ਼ੀਰ ਖਾਨ ਕਿ ਲੱਖਾਂ ਫੌਜਾਂ ਮਰ ਗਈਆਂ, ਵੱਡੇ ਵੱਡੇ ਜਰਨੈਲ ਖਤਮ ਹੋ ਗਏ, ਕਈ ਮਹੀਨਿਆਂ ਤੋਂ ਫੌਜਾਂ ਲੱਗੀਆਂ ਹੋਈਆਂ, ਔਰ ਤਾਂ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਗ੍ਰਿਫਤਾਰ ਨਾ ਕਰ ਸਕੇ, ਉਹਨਾਂ ਦੇ ਜੀਵਨ ਦਾ ਅੰਤ ਨਾ ਕਰ ਸਕੇ, ਸਗੋਂ ਕਲਗੀਧਰ ਪਾਤਸ਼ਾਹ ਤੇ ਤਾੜੀਆਂ ਮਾਰਦੇ ਹੋਏ ਚਮਕੌਰ ਦੇ ਵਿੱਚੋਂ ਨਿਕਲ ਕੇ ਗਏ। ਭਾਈ ਸੰਗਤ ਸਿੰਘ ਦੀ ਸ਼ਹਾਦਤ ਹੋਈ। ਹੁਣ ਅੱਜ ਦੀ ਰਾਤ ਜਿਹੜੀ ਹੈ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਦੇਖੋ ਇੱਥੇ ਯਾਦ ਰੱਖਣਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਜੰਗਾਂ ਲੜੀਆਂ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ 14 ਜੰਗਾਂ ਲੜੀਆਂ। ਪਰ ਇਹਨਾਂ ਜੰਗਾਂ ਦੇ ਅਖੀਰ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿੱਤਾਂ ਪ੍ਰਾਪਤ ਕੀਤੀਆਂ ਨੇ। ਪਰ ਅਖੀਰ ਦੇ ਵਿੱਚ ਜਿਹੜੇ ਵੀ ਧਰਮ ਦੇ ਸਿਪਾਹੀ ਹੁੰਦੇ ਸਨ, ਭਾਵੇਂ ਉਹ ਮੁਗਲੀਆਂ ਹੋਣ ਜਾਂ ਵਿਰੋਧੀ ਪੱਖ ਦੇ ਹੋਣ, ਉਹਨਾਂ ਦੀ ਰੀਤ ਅਨੁਸਾਰ ਉਹਨਾਂ ਦੇ ਸ਼ਰੀਰਾਂ ਨੂੰ ਸੰਭਾਲਿਆ ਜਾਂਦਾ ਸੀ। ਜੇ ਕੋਈ ਇਸਲਾਮ ਨੂੰ ਮੰਨਣ ਵਾਲਾ ਹੈ, ਉਹਨਾਂ ਦੇ ਧਰਮ ਦੇ ਮੁਤਾਬਕ ਉਹਨਾਂ ਦੇ ਸ਼ਰੀਰ ਨੂੰ ਮਿੱਟੀ ਦਿੱਤੀ ਜਾਂਦੀ ਸੀ, ਦਫਨਾਇਆ ਜਾਂਦਾ ਸੀ। ਜੇ ਕੋਈ ਹਿੰਦੂ ਸੀ ਜਾਂ ਕੋਈ ਸਿੱਖ ਸੀ ਤੇ ਉਸ ਨੂੰ ਸੰਸਕਾਰ ਦੀ ਰੀਤ ਰਾਹੀਂ ਉਹਦੇ ਸ਼ਰੀਰ ਦੀ ਸੰਭਾਲ ਕੀਤੀ ਜਾਂਦੀ ਸੀ। ਤੇ ਸਿੱਖ ਇਤਿਹਾਸ ਅੰਦਰ ਅਸੀਂ ਪੜ੍ਹਦੇ ਹਾਂ, ਭਾਈ ਕਨ੍ਹਈਆ ਜੀ ਉਹ ਤੇ ਜ਼ਾਲਮਾਂ ਨੂੰ ਵੀ ਪਾਣੀ ਪਿਲਾਉਂਦੇ ਸਨ, ਉਹ ਤੇ ਮਰਮ ਪੱਟੀ ਵੀ ਕਰਿਆ ਕਰਦੇ ਸਨ। ਪਰ ਤੁਸੀਂ ਸੋਚ ਕੇ ਦੇਖੋ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਜਿਹੜੇ ਬੜੇ ਨਾਜ਼ਾਂ ਦੇ ਨਾਲ ਪਲੇ ਹੋਣ, ਬੜੇ ਪਿਆਰ ਸੰਗਤ ਜਿਨ੍ਹਾਂ ਨੂੰ ਕਰਦੀ ਹੋਏ, ਉਹਨਾਂ ਦੇ ਸ਼ਰੀਰ ਚਮਕੌਰ ਦੀ ਉਸ ਧਰਤੀ ਉੱਪਰ ਪਏ ਹੋਏ ਨੇ। ਗੁਰੂ ਕੇ ਸਿੱਖਾਂ ਦੇ ਸ਼ਰੀਰ ਪਏ ਹੋਏ ਨੇ, ਕੋਈ ਸਾਂਭਣ ਵਾਲਾ ਨਹੀਂ ਹੈ। ਇਹ ਦੂਸਰੇ ਦਿਨ ਦੀ ਘਟਨਾ ਹੈ ਜਦੋਂ ਬੀਬੀ ਸ਼ਰਨ ਕੌਰ ਜੀ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸ਼ਰਨ ਕੌਰ ਪਾਬਲੇ ਹੈ, ਇਸ ਬੀਬੀ ਨੇ ਫਿਰ ਗੁਰਸਿੱਖਾਂ ਦੀ ਪਛਾਣ ਕੀਤੀ। ਸ਼ਾਮ ਵੇਲੇ ਦਾ ਵੇਲਾ ਹੈ, ਹੱਥ ਦੇ ਵਿੱਚ ਇਹ ਦੀਵਾ ਲੈ ਕੇ ਆਪਣੇ ਭਰਾਵਾਂ ਦੀ ਪਛਾਣ ਕਰਦੀ ਹੈ ਤੇ ਕੁਰਬਾਨ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ ਕਿ ਦੇਖੋ ਪਰਿਵਾਰ ਦੇ ਅੰਦਰ ਕੋਈ ਇੱਕ ਵੀ ਜੀ ਚੜਾਈ ਕਰ ਜਾਏ ਨਾ, ਤੇ ਪਰਿਵਾਰ ਦੇ ਸਾਰੇ ਜੀ ਜਿਹੜੇ ਨੇ ਉਹਨਾਂ ਦੀ ਸੁਰਤ ਭੁੱਲ ਜਾਂਦੀ ਹੈ। ਪਰਿਵਾਰ ਦਾ ਇੱਕ ਜੀ ਚਲਾ ਜਾਏ, ਇਸਨੇ ਅਰਦਾਸ ਕੀਤੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਕੇ ਦਾਤਾ, ਜੇ ਪਰਿਵਾਰ ਦੇ ਚੋਂ ਇੱਕ ਜੀ ਚਲਾ ਜਾਏ, ਆਪਣੇ ਆਪ ਨੂੰ ਸਾਂਭਣਾ ਔਖਾ ਹੋ ਜਾਂਦਾ ਹੈ, ਤੇ ਇੱਥੇ ਤੇ ਮੇਰੇ 40 ਭਰਾ ਜਿਹੜੇ ਨੇ ਇਸ ਜ਼ਮੀਨ ਦੇ ਉੱਪਰ ਪਏ ਹੋਏ ਨੇ, ਕਿਰਪਾ ਕਰੀ ਦਾਤਾ ਮੈਂ ਇਹਨਾਂ ਆਪਣੇ ਭਰਾਵਾਂ ਦੇ ਸ਼ਰੀਰਾਂ ਨੂੰ ਸੰਭਾਲ ਸਕਾਂ। ਤੇ 40 ਭਰਾਵਾਂ ਦੇ ਸ਼ਰੀਰਾਂ ਦੇ ਵਾਸਤੇ ਲੱਕੜੀਆਂ ਦਾ ਪ੍ਰਬੰਧ ਵੀ ਕਰਨਾ, ਕਿਤਨੀ ਲੱਕੜ ਲੱਗੇਗੀ। ਉਸਨੇ ਸਾਰੀ ਰਾਤ ਲੱਗੀ ਰਹੀ, ਲੱਕੜੀਆਂ ਦਾ ਪ੍ਰਬੰਧ ਕੀਤਾ। ਲੱਕੜਾਂ ਦਾ ਪ੍ਰਬੰਧ ਕਰਕੇ ਜਦੋਂ ਉਸਨੇ ਇੱਕ ਇੱਕ ਭਰਾ ਦੇ ਸ਼ਰੀਰ ਨੂੰ ਚੁੱਕਿਆ, ਜਾ ਕੇ ਚਿਖਾ ਦੇ ਵਿੱਚ ਰੱਖਿਆ, ਤੇ ਇਤਿਹਾਸਕਾਰ ਲਿਖਦੇ ਨੇ ਕਿ ਸਾਹਿਬਜ਼ਾਦੇ ਔਰ ਗੁਰੂ ਕੇ ਪਿਆਰੇ ਸਿੱਖਾਂ ਸਮੇਤ ਉਹਨਾਂ ਸਾਰੇ ਗੁਰੂ ਕੇ ਸਿੱਖਾਂ ਦੇ ਸ਼ਰੀਰਾਂ ਨੂੰ ਲੱਗ ਕੇ ਜਦੋਂ ਲਾਂਬੂ ਲਾਇਆ, ਅਗਨ ਭੇਟ ਕੀਤੀ ਜਦੋਂ, ਤੇ ਸਵੇਰ ਵੇਲੇ ਦਾ ਵੇਲਾ ਹੋ ਗਿਆ ਸੀ। ਹਾਲਾਂਕਿ ਸਾਰੀਆਂ ਫੌਜਾਂ
ਕੁਝ ਜਾ ਚੁੱਕੀਆਂ ਸਨ, ਕੁਝ ਟਿਕੀਆਂ ਹੋਈਆਂ ਸਨ। ਉਹ ਦੇਖਦੇ ਨੇ ਕਿ ਠੰਡ ਦੇ ਪੋਹ ਦਾ ਮਹੀਨਾ ਹੈ ਤੇ ਕੁਝ ਦੂਰੀ ਦੇ ਉੱਪਰ ਅੱਗ ਬਲ ਰਹੀ ਹੈ। ਜਦੋਂ ਜਾ ਕੇ ਦੇਖਦੇ ਨੇ ਕੀ ਦੇਖਦੇ ਨੇ, ਇੱਕ ਸੁਆਣੀ ਤੋਂ ਭਾਵ ਬੀਬੀ, ਇੱਕ ਬੀਬੀ ਜਿਹੜੀ ਹੈ ਗੁਰੂ ਕੇ ਸਿੱਖਾਂ ਨੂੰ ਚਿਖਾ ਦੇ ਚਣ ਕੇ ਉਹਨਾਂ ਨੂੰ ਅਗਨ ਭੇਟ ਕਰਕੇ ਕੁਝ ਪੜ ਰਹੀ ਹੈ, ਕੁਝ ਬੋਲ ਰਹੀ ਹੈ। ਤੇ ਕੀ ਬੋਲ ਰਹੀ ਸੀ? ਉਸ ਵੇਲੇ ਉਹ ਸੋਹਲਾ ਸਾਹਿਬ ਦਾ ਪਾਠ ਕਰ ਰਹੀ ਸੀ, ਨਾਲ ਨਾਲ ਉਹ ਬਾਣੀ ਪੜ ਰਹੀ ਹੈ, ਕੁਝ ਬੋਲ ਰਹੀ ਹੈ ਤੇ ਨਾਲ ਗੁਰੂ ਕੇ ਪਿਆਰੇ ਸਿੱਖਾਂ ਦਾ ਸੰਸਕਾਰ ਹੋ ਰਿਹਾ ਹੈ। ਜ਼ੁਲਮ ਦੀ ਅੱਤ ਉਹਨਾਂ ਨੇ ਉਸ ਬਲਦੀ ਹੋਈ ਚਿਖਾ ਦੇ ਅੰਦਰ ਉਸ ਬੀਬੀ ਸ਼ਰਨ ਕੌਰ ਪਾਵਲੇ ਨੂੰ ਉਸ ਚਿਖਾ ਦੇ ਅੰਦਰ ਸਾੜ ਕੇ ਉਹਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਤੇ ਜਿੱਥੇ ਚਮਕੌਰ ਦੀ ਉਸ ਪਾਵਨ ਧਰਤੀ ਦੇ ਉੱਪਰ ਗੁਰੂ ਕੇ ਸਿੱਖਾਂ ਨੇ, ਗੁਰੂ ਪਿਆਰੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਨੇ, ਪਿਆਰੇ ਗੁਰਸਿੱਖਾਂ ਨੇ ਸ਼ਹਾਦਤ ਦਿੱਤੀ, ਉੱਥੇ ਬੀਬੀ ਸ਼ਰਨ ਕੌਰ ਉਹਦੀ ਵੀ ਸ਼ਹਾਦਤ ਹੋਈ ਹੈ। जोगी अल्लाह यारखा ता ही लिखता है, वो आखता है कि बस एक हिंद में तीर्थ है यात्रा के लिए। कहने के जे हिंदुस्तान की धरती के ऊपर कोई यात्रा लिए स्थान है तो वो केवल ते केवल चमकौर की वो पावन धरती है। बस एक हिंद में तीर्थ है यात्रा के लिए, कटाए जहां बाप ने बेटे खुदा के लिए। तो अपनी पावन बाणी के अंदर लिखता है, आखदा करतार की सौगंध है, नानक की कसम है, जितनी भी तारीफ हो गुरु गोबिंद की वो कम है। धन गुरु कलगीधर पातशाह महाराज के साहिबजादे चमकौर के अंदर शहादत का जाम पींदे ने ते किसे गुरु प्यारे गुरसिख ने फिर उस थान के उपर राख नूं चुक के एक जमीन दे खड्डा करके उस राख नूं उत्थे दफना दिता सी। विद्वान लिखते हैं कि उत्थे दा एक परिवार का जो बेला पिंड है, आप जी कदे जाओ तो वो थां है जिहदा नाम है बेला पिंड लागे चमकौर दे। उत्थे दा गुरसिख परिवार है, उसका नाम है दयाल सिंह। दयाल सिंह रोजाना जाता है, पता करता है कि मेरे कलगीधर पातशाह महाराज के साहिबजादे और गुरु के सिखा ने शहादत प्राप्त की, वो किहड़ी थां है जिथे उन्होंने शरीर को संभालिया गया। रोज जाके चमकौर की उस गढ़ी के अगे मत्था टेकता है, सीस निवांदा है ते कई दिनों की मेहनत तो बाद उन्होंने वो जगह लभ गई जिथे धन गुरु कलगीधर पातशाह महाराज के साहिबजादे गुरु पातशाह के गुरसिख और 5 प्यारियां दे प्यारे की शहादत हुई सी, जिथे उन्होंने शरीरों की संभाल की गई, संस्कार किया गया। उसने उस थान को खरीद के फिर ये रोज अरदास करनी कि मेरे घर के अंदर मेरा परिवार ना होए, मेरा वंश जरा है वो ना रहे। किसी ने पूछ लिया कि तुसी ये पाक धरती खरीदी है ते नाल ये बचन कहते हो कि मेरी वंश ना रहे, मेरा परिवार ना रहे। भाई हरदयाल सिंह ने यह बचन किए, कह लगे जे हो सकता है कि मेरे परिवार के जी होण ते आने वाले समय अंदर वो कह के ये जमीन साडे पिता की खरीदी हुई है, इस दे उपर वो अपना हक अदा करन। पर यह मैं जमीन गुरु कलगीधर पातशाह महाराज के उन्होंने गुरसिखा की याद के बनाना चाहता कि रहती दुनिया तक ये धन गुरु कलगीधर पातशाह गुरसिखा के नाम ही रहे। तो कहते कि उहदे चो परिवार के कोई जी नहीं सी, वो कल्ला ही सी। अखीर वो थां अज चमकौर की जिथे गुरुद्वारा सुशोभित है, कतलगढ़ साहब के नाम के उपर गुरु की संगतां उस पावन धरती के उपर सिजदा करदियां ने, नमस्कारा करदियां ने। सतगुर कृपा करन अगली विचार कल के दीवाना दे विच कि धन गुरु कलगीधर पातशाह महाराज माछीवाड़े के जंगलों के जो अगे का सफ़र जो गुरु पातशाह का है वो अगले दीवाना दे असीं जिक्र करांगे। बोलदियां बयान भुलना
ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਜੋਗ ਹੈ, ਬਖਸ਼ ਦੇਣਾ ਜੀ। ਆਖੋ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ।